ਤਰੀਕ ਨੂੰ ਖੋਲਣਾ ਨਹੀਂ ਹੈਗਾ, ਬਿਲਕੁਲ ਨਹੀਂ ਖੋਲਣਾ, ਇਹਦੇ ਵਿੱਚ ਕੁਛ ਨਹੀਂ ਹੈਗਾ, ਇਹੋ ਹੀ ਨਿਕਲਦਾ ਵੀਵੀਪੈਟ। ਕਰਿਓਸਿਟੀ ਹੋ ਜਾਂਦੀ ਨਾ ਵੀ ਕਿਆ ਨਹੀਂ ਖੋਲਣਾ, ਖੋਲ ਕੇ ਦੇਖੋ। ਜੇ ਤੁਸੀਂ ਇਹਨੂੰ ਖੋਲ੍ਹੋ ਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਇਹ ਜਿਹੜਾ ਵੀਵੀਪੈਟ ਹੈ ਇਹਨੂੰ ਸੌਫਟਵੇਅਰ ਇੰਜੀਨੀਅਰ ਜਿਹੜੇ ਹੈਗੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਉਹ ਤਿਆਰ ਕਰਕੇ ਦੇਣਾ ਉਹਨਾਂ ਨੇ ਸਾਨੂੰ, ਔਰ ਇਹ ਡੇਟ ਸਪੈਸੀਫਿਕ ਤਿਆਰੀ ਹੁੰਦੀ ਹੈ ਵੀ ਇੱਕ ਦਿਨ ਕੰਮ ਕਰਦਾ ਸਿਰਫ ਇਹਦੀ ਤਨਖਾਹ ਜਿਹੜੀ ਹੈਗੀ ਹੈ ਇਹਦਾ ਮਹੀਨਾ ਇੱਕ ਦਿਨ ਦਾ ਵੀ ਜੇ 12:01 ਤੇ ਦੁਪਹਿਰੇ ਸ਼ੁਰੂ ਹੋਇਆ ਤੇ ਅਗਲੇ ਦਿਨ ਦੁਪਹਿਰ ਦੇ 12 ਵਜੇ ਨੇ ਜਵਾਬ ਦੇ ਦੇਣਾ ਭਾਜੀ ਮੈਂ ਚੱਲਿਆ ਜੇ, ਤੁਹਾਡਾ ਕੰਮ ਚਾਹੇ ਹੋਇਆ ਚਾਹੇ ਨਹੀਂ ਹੋਇਆ। ਅਸੀਂ ਸਵੇਰੇ ਕਰਨਾ ਹੈਗਾ 7 ਵਜੇ ਇਲੈਕਸ਼ਨ ਸ਼ੁਰੂ, ਤੇ ਦੇਰ ਇਜ਼ ਅ ਪੋਸੀਬਿਲਿਟੀ ਵੀ ਇਲੈਕਸ਼ਨ ਸ਼ਾਮ ਦੇ 7 ਵਜੇ ਤੱਕ ਜਿਹੜਾ ਹੈਗਾ ਉਹ ਚੱਲੇ, 8 ਵੀ ਵੱਜ ਸਕਦੇ 9 ਵੀ ਵੱਜ ਸਕਦੇ ਆ। ਤੇ ਜੇ ਇੱਕ ਦਿਨ ਪਹਿਲਾਂ ਹੀ ਇਹਨੂੰ ਤੁਸੀਂ ਖੋਲ ਲਿਆ ਤੇ ਜੁਆਇਨ ਕਰ ਲਿਆ, ਟਰਾਈ ਕਰ ਲਈ, ਇਹਦੇ ਨਾਲ ਚੱਲਦਾ ਪਊਗਾ ਇਹ, ਬਟ ਇਹਦਾ ਟਾਈਮ ਜਿਹੜਾ ਹੈਗਾ ਉਹ 18 ਤਰੀਕ ਜਿੰਨੇ ਵੇਲੇ ਸ਼ੁਰੂ ਕੀਤਾ ਉਦੋਂ ਸ਼ੁਰੂ ਹੋ ਗਿਆ, ਤੇ ਅਗਲੇ ਦਿਨ ਇਲੈਕਸ਼ਨ ਵਾਲੇ ਦਿਨ ਇਹਨੂੰ 2 ਵਜੇ ਬੰਦ ਹੋ ਜਾਣਾ, 3 ਵਜੇ ਬੰਦ ਹੋ ਜਾਣਾ, ਫਿਰ ਨਵਾਂ ਵੀਵੀਪੈਟ ਕਿੱਥੋਂ ਮੰਗੋਗੇ? ਫਿਰ ਪ੍ਰੋਬਲਮਸ ਬਹੁਤ ਬੜੀਆਂ ਹੈਗੀਆਂ। ਇਸ ਲਈ ਇਹਨੂੰ ਤੁਸੀਂ ਜਿਹੜਾ ਹੈਗਾ ਡਿੱਬੇ ਦੇ ਵਿੱਚੋਂ ਕੱਢਣਾ ਹੈਗਾ, ਇਹ ਆਪਾਂ ਮੋਕਪੋਲ ਵੇਲੇ ਹੀ ਉਸ ਵੇਲੇ ਕੱਢਣਾ। ਜਦੋਂ ਅਸੀਂ ਇਹਨੂੰ ਟਰਾਂਸਪੋਰਟ ਕਰਨਾ ਹੈਗਾ, ਬੱਸਾਂ ਦੇ ਵਿੱਚ ਜਾਣਾ ਹੈਗਾ, ਤੇ ਬੱਸਾਂ ਜਿਹੜੀਆਂ ਤੁਹਾਨੂੰ ਆਥੋਰਾਈਜ਼ਡ ਹੈ ਬੱਸ ਜਿਹੜੀ ਪਾਰਟੀ ਨੂੰ, ਉਸੇ ਵਿੱਚ ਹੀ ਜਾਣਾ, ਸਾਰੇ ਮੈਂਬਰ ਨੇ ਆਪਣੀ ਕਨਵੀਨੈਂਸ ਤੇ ਨਹੀਂ ਜਾਣਾ। ਸਮਾਨ ਜਿਹੜਾ ਹੈਗਾ ਬੜਾ ਪ੍ਰੋਪਰਲੀ ਰੱਖਣਾ ਹੈਗਾ, ਸਮਾਨ ਜਦੋਂ ਲੈ ਕੇ ਆਉਣਾ ਵੀਵੀਪੈਟ ਤੇ ਅਸੀਂ ਤੁਹਾਨੂੰ ਜਦੋਂ ਦੋਵਾਂਗੇ ਡਿੱਬੇ 'ਚ ਬੰਦ ਤੇ ਇਸੇ ਪੋਜੀਸ਼ਨ ਦੇ ਵਾਲਾ ਬਟਨ ਤੁਹਾਨੂੰ ਦਵਾਂਗੇ। ਇਹਨੂੰ ਅਸੀਂ ਕਹਿੰਦੇ ਹੈਗੇ ਆ ਇਹ ਟਰਾਂਸਪੋਰਟੇਸ਼ਨ ਮੋਡ ਹੈ ਹੋਰੀਜ਼ੋਨਟਲ। ਹੋਰੀਜ਼ੋਨਟਲ ਬਟਨ ਇਦਾਂ ਹੈ ਕਿ ਜੇ ਮੈਂ ਸੋਣਾ ਹੋਵੇ ਇੱਥੇ ਟੇਬਲ ਤੇ ਮੈਂ ਲੰਮੇ ਬੈਠ ਕੇ ਸੋਣਾ ਹੈਗਾ ਇਦਾਂ ਹੋਰੀਜ਼ੋਨਟਲ। ਇਹ ਵੀ ਇਹਦਾ ਬੈੱਡ ਹੀ ਹੈ ਤੇ ਇਹ ਭਾਜੀ ਸਾਡੇ ਸੁੱਤੇ ਪਏ ਆ, ਇਹ ਸੁੱਤੀ ਹੋਈ ਅਵਸਥਾ 'ਚ ਰੱਖੀ ਹੈ। ਸੁੱਤੀ ਹੋਈ ਅਵਸਥਾ ਮਤਲਬ ਟਰਾਂਸਪੋਰਟੇਸ਼ਨ ਮੋਡ ਹੈ। ਦੇਖੋ ਇਸ ਅਵਸਥਾ 'ਚ ਨਾ ਇਹਨੂੰ ਹਿਲਾ ਵੀ ਲਿਆ ਤੇ ਥੋੜਾ ਬਹੁਤਾ ਤੇ ਫਰਕ ਨਹੀਂ ਪੈਣਾ, ਪਰ ਫਿਰ ਵੀ ਕਈ ਵਾਰੀ ਮੰਜੇ ਦੀਆਂ ਚੂੜਾਂ ਹਿੱਲੀਆਂ ਹੁੰਦੀਆਂ ਹੈਗੀਆਂ ਨੇ ਹਨਾ, ਤੇ ਪ੍ਰੋਬਲਮ ਫਿਰ ਵੀ ਜੇ ਪੰਗਾ ਪੈ ਗਿਆ। ਇਹਨੂੰ ਬੜੇ ਡੈਲੀਕੇਟਲੀ ਆਪਾਂ ਰੱਖਣਾ ਹੈਗਾ, ਹੋਰੀਜ਼ੋਨਟਲ ਮੋਡ 'ਚ ਰੱਖਣਾ ਹੈਗਾ। ਜਦੋਂ ਵੀ ਇਹਨੂੰ ਉਹਦੇ ਕਰਨਾ ਤੁਸੀਂ ਡੱਬੇ 'ਚੋਂ ਬਾਹਰ ਕੱਢ ਲਿਆ ਤੇ ਹੋਰੀਜ਼ੋਨਟਲ ਮੋਡ ਦੇ ਵਿੱਚ ਜੇ ਇੱਕ ਜਗ੍ਹਾ ਜਾ ਕੇ ਦੂਜੀ ਜਗ੍ਹਾ ਰੱਖ ਸਕਦੇ ਹੋ। ਇੱਦਾਂ ਵੀ ਨਹੀਂ ਕਿ ਵੀ ਪਲਸਤਰ ਲੱਗਾ ਹੋਇਆ ਹਲਾਵਾਂਗੇ ਇਹਨੂੰ ਅਸੀਂ ਹਨਾ, ਲੱਤ ਟੁੱਟੀ ਹੋਈ ਹੈਗੀ ਆ ਤੇ ਲੱਤ ਜਾ ਕੇ ਹਲਾਉਂਗਾ। ਅਸੀਂ ਇਹਨੂੰ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਕਰਕੇ ਇੱਕ ਸਥਾਨ ਤੋਂ ਦੂਜੇ ਸਥਾਨ ਦੇ ਉੱਤੇ ਕਰ ਸਕਦੇ ਹੋ। ਇਹ ਜਿਹੜਾ ਤੁਹਾਡਾ ਵੀਵੀਪੈਟ ਹੈਗਾ, ਇਹਨੂੰ ਜਦੋਂ ਤੁਸੀਂ ਜਿਹੜਾ ਹੈਗਾ ਤਿਆਰ ਕਰਨਾ ਹੈ ਤੇ ਵੈਲਿਡਿੰਗ ਯੂਨਿਟ ਦੀ ਜਿਹੜੀ ਪਹਿਲੇ ਦੀ ਵਾਇਰ ਹੈ, ਧਿਆਨ ਰੱਖਣਾ ਹੈ ਬੀਯੂ ਪਹਿਲੇ ਦੀ ਜਿਹੜੀ ਵਾਇਰ ਹੈਗੀ, ਇੱਕ ਪਾਸੇ ਪਰਮਾਨੈਂਟ ਵਾਇਰ ਹੁੰਦੀ ਹੈ ਬੀਯੂ ਦੀ, ਪਰਮਾਨੈਂਟ ਹੈ, ਤੇ ਦੂਸਰੇ ਪਾਸੇ ਇਹਦਾ ਪਲੱਗ ਹੁੰਦਾ ਹੈਗਾ ਆਹ ਵਾਲਾ ਇੱਥੇ ਧਿਆਨ ਨਹੀਂ ਲੱਗਾ ਹੋਇਆ ਹੈ। ਇਸ ਕੰਪਾਰਟਮੈਂਟ ਦੇ ਵੀਵੀਪੈਟ ਜਿਹੜੇ ਹੈਗੇ ਆ ਪਿਛਲੇ ਪਾਸੇ ਅਸੀਂ ਦੇਖਾਂਗੇ ਤੇ ਇੱਕ ਹਿੱਸਾ ਇਹਦਾ ਬੈਟਰੀ ਵਾਲਾ, ਇੱਥੇ ਬੈਟਰੀ ਰਹਿੰਦੀ ਇੱਥੋਂ ਆ ਕਰ ਸਕਦਾ ਬਾਹਰ ਬੈਟਰੀ, ਠੀਕ ਹੈ ਜੀ। ਜੋੜ ਲਗਾਓਗੇ ਤੇ ਪਿੰਨਾਂ ਦੇ ਵਿੱਚੋਂ ਬਾਹਰ ਆ ਜਾਏਗੀ ਤੇ ਇਹਨੂੰ ਪਿੰਨਾਂ ਤੁਸੀਂ ਕਰ ਵੀ ਸਕਦੇ ਹੈਗੇ ਦੂਜੇ ਪਾਸੇ। ਇਹ ਬੈਟਰੀ ਹੈ, ਇਹਦੇ 3 ਜਿਹੜੇ ਪੁਆਇੰਟ ਆ, ਆਹ ਵਾਲੇ ਹੋਲ ਹੈਗੇ ਆ, ਇਹਨਾਂ ਹੋਲਸ ਨੂੰ ਉਹਨਾਂ 3 ਜਿਹੜੀਆਂ ਹੈਗੀਆਂ ਪਿੰਸ ਦੇ ਨਾਲ ਕੋਇਨਸਾਈਡ ਕਰਕੇ ਤੇ ਇਹਨੂੰ ਅਸੀਂ ਵਿੱਚ ਇਹਦੇ ਇਨਸਰਟ ਜਿਹੜਾ ਹੈਗਾ ਉਹ ਕਰ ਸਕਦੇ ਹਾਂ। ਬੈਟਰੀ ਪਈ ਹੋਈ ਬਟ ਤੁਹਾਨੂੰ ਆਲਰੇਡੀ ਇਹ ਇਨਸਰਟਡ ਮਿਲੇਗੀ ਬੈਟਰੀ, ਬਟ ਇਹ ਵਾਲਾ ਪੋਰਸ਼ਨ ਤੁਹਾਨੂੰ ਸੀਲ ਨਹੀਂ ਮਿਲੇਗਾ, ਅਨਸੀਲਡ ਮਿਲੇਗਾ। ਇਸ ਲਈ ਬੈਟਰੀ ਦੀ ਕੇਅਰ ਕਰਨੀ ਵੀ ਬੜੀ ਜ਼ਰੂਰੀ ਹੈ। ਇੱਧਰ ਉੱਧਰ ਨੂੰ ਹੋ ਜਾਵੇ, ਬੈਟਰੀ ਬਿਨਾਂ ਮਸ਼ੀਨ ਨਹੀਂ ਚੱਲਦੀ। ਜਿਹੜਾ ਦੂਸਰਾ ਇਹਦਾ ਕੰਪਾਰਟਮੈਂਟ ਹੈਗਾ ਉੱਪਰ ਦਾ, ਇਹਦਾ ਇੱਕ ਤਾਂ ਸੀਗਾ ਆਹ ਵਾਲਾ ਹਿੱਸਾ ਇਹਦਾ, ਜਿਹਦੇ ਵਿੱਚ ਅਸੀਂ BU1 ਇੱਕ ਪਰਮਾਨੈਂਟ ਉਹਦਾ ਪੋਰਸ਼ਨ ਹੈ ਵਾਇਰ ਦਾ ਤੇ ਦੂਸਰਾ ਇਹ ਪਲੱਗ ਹੈ। ਇਸ ਨੂੰ ਅਸੀਂ ਕੀ ਕਰਨਾ ਹੈਗਾ, ਇਹਦੇ ਵਿੱਚ ਵੀ ਰੈੱਡ ਐਂਡ ਬਲੈਕ ਕਲਰ ਨਾਲ ਕਲਰ ਮੈਚ ਕਰਨਾ ਹੈਗਾ, ਔਰ ਇਹਨੂੰ ਅਸੀਂ ਉਹਦੇ ਨਾਲ ਜੁਆਇਨ ਕਰ ਦੇਣਾ ਹੈਗਾ। ਜੁਆਇੰਟਿੰਗ ਹੋ ਜਾਣੀ ਹੈ। ਜੁਆਇੰਟਿੰਗ ਤੋਂ ਪਹਿਲਾਂ ਜਿਹੜਾ ਆਹ ਵਾਲਾ ਇੱਥੇ ਹੈਗਾ ਪਲੱਗ ਇਹਦਾ, ਇਹਦੇ ਤੁਸੀਂ ਦੇਖੋਗੇ ਉੱਪਰਲੇ ਪਾਸੇ ਨਾ ਇੱਕ ਬਟਨ ਜਿਹਾ ਛੋਟਾ ਜਿਹਾ ਪਤਲਾ 1 2 ਬਟਨ ਨੂੰ ਕਹਿੰਦੇ ਆਪਾਂ। ਹੁਣ ਸਲਾਈਡ ਕਰ ਦੋਗੇ 2 ਤੇ ਹੋ ਜਾਏਗਾ, ਸਲਾਈਡ ਕਰਕੇ ਤੇ 1 2 ਹੋ ਜਾਏਗਾ। ਉਹਨੂੰ ਤੁਸੀਂ ਬੰਦ ਤੇ ਰੱਖਣਾ। ਅਸੀਂ ਵੈਸੇ ਕੋਸ਼ਿਸ਼ ਕਰਾਂਗੇ ਇੱਥੇ ਵੀ ਤੁਹਾਨੂੰ ਉਹ ਬੰਦ ਤੇ ਕਰਕੇ ਦੂਜਾ ਪੋਰਸ਼ਨ ਸੀਲ ਹੀ ਕਰ ਦਈਏ, ਟੇਪ ਹੀ ਲਾ ਦਈਏ। ਤੁਸੀਂ ਉਹ ਟੇਪ ਖੋਲ ਕੇ ਨਹੀਂ ਦੇਖਣੇ ਵੀ ਇਹ ਭੁੱਲ ਗਈ, ਮਤਲਬ ਕਿ ਕਈ ਵਾਰੀ ਜਿਹੜਾ ਹੈਗਾ ਕਰੰਟਾਂ ਦੀ ਡਿਜ਼ਾਈਨ ਟੇਪ ਕਰ ਦਿੰਦੇ ਨਾ, ਖੋਲ ਕੇ ਜੇ ਆਪਾਂ ਲਾ ਕੇ ਦੇਖਾਂਗੇ ਤਾਂ ਆਟੋ ਹੱਥ ਗਰੰਟੀ ਪਾਵਾਂਗੇ ਨਾ। ਤੁਸੀਂ ਉਹਨੂੰ ਖੋਲ ਕੇ ਦੇਖਣਾ ਨਹੀਂਗਾ, ਜੇ ਨਹੀਂ ਲੱਗੀ ਟੇਪ ਤੇ ਉਹਨੂੰ 2 ਤੇ ਕਰਕੇ ਨਹੀਂ ਚਲਾਉਣਾ, 1 ਤੇ ਕਰਕੇ ਚਲਾਉਣਾ। ਉਹਦਾ ਕਾਰਨ ਕੀ ਹੈ ਬਈ ਇੱਕ ਵੀਵੀਪੈਟ ਜਿਹੜਾ ਹੈਗਾ
ਉਹ 4 ਤੱਕ BU ਨੂੰ ਸਪੋਰਟ ਕਰ ਸਕਦਾ। 4 BU ਦੇ ਨਾਲ ਅਟੈਚ ਹੋ ਸਕਦੇ, 64 ਕੈਂਡੀਡੇਟ ਤੱਕ ਇਲੈਕਸ਼ਨ ਹੋ ਸਕਦੇ ਹਨ। ਬਟ ਇਫ ਦਾ ਨੰਬਰ ਆਫ ਕੈਂਡੀਡੇਟ ਇਜ਼ ਮੋਰ ਦੈਨ 64, ਕਈ ਵਾਰੀ ਹੋਇਆ ਕੇਰਲਾ ਦੇ ਵਿੱਚ ਇੱਕ ਆਊਟ ਆਫ ਪ੍ਰੋਟੈਸਟ ਇੱਕ ਵਾਰੀ ਉਹ ਸੈਂਕੜਿਆਂ ਦੀ ਗਿਣਤੀ 'ਚ ਜਿਹੜੇ ਹੈਗੇ ਕੈਂਡੀਡੇਟ ਖੜੇ ਹੋ ਗਏ ਸੀ। ਉਸ ਕੇਸ ਇਹੋ ਜਿਹੇ ਕੰਪਾਰਟਮੈਂਟ ਜਿਹੜੇ ਹੈਗੇ ਅਸੀਂ ਬੈਲਟਿੰਗ ਯੂਨਿਟ ਉਹ 2 ਨਹੀਂ ਬਲਕਿ 10 ਲਾਵਾਂਗੇ। ਫਿਰ ਅਸੀਂ ਹਰ ਇੱਕ ਚੌਥਾ ਜਿਹੜਾ ਬੈਲਟਿੰਗ ਯੂਨਿਟ ਆਇਆ ਉਸ ਤੋਂ ਬਾਅਦ ਇੱਕ ਨਵਾਂ ਵੀਵੀਪੈਟ ਇੰਸਟਾਲ ਕਰਦੇ। ਠੀਕ ਹੈ ਜੀ, ਇਹੋ ਜਿਹੀ ਨੌਬਤ ਆਪਣੇ ਨਹੀਂ ਆਣੀ ਹੈਗੀ। ਬਸ ਤੁਸੀਂ ਧਿਆਨ ਹੀ ਰੱਖਣਾ ਵੀ 1 ਨੰਬਰ ਤੇ ਕਰਨਾ, ਔਰ ਰੈੱਡ ਨੂੰ ਰੈੱਡ ਨਾਲ ਮੈਚ ਕਰਾ ਕੇ ਬਲੈਕ ਨੂੰ ਬਲੈਕ ਨਾਲ ਮੈਚ ਕਰਾ ਕੇ ਜ਼ਿਆਦਾ ਜ਼ੋਰ ਨਹੀਂ ਲਾਉਣਾ ਹੈਗਾ। ਇਹਨੂੰ ਇਨਸਰਟ ਕਰ ਦੇਣਾ, ਇਨਸਰਟ ਕਰਕੇ ਥੋੜੀ ਟਿਕ ਦੀ ਆਵਾਜ਼ ਆਏਗੀ, ਉਹਨੂੰ 1 ਨੰਬਰ ਤੇ ਕੀਤਾ ਹੋਇਆ ਔਰ ਇਹਨੂੰ ਅਸੀਂ ਪ੍ਰੋਪਰਲੀ ਇੱਥੇ ਬੰਦ ਕਰ ਦਿੰਦੇ। ਔਰ ਇਹ ਵਾਲਾ ਸਾਰਾ ਕੰਮ ਅਸੀਂ ਹੋਰੀਜ਼ੋਨਟਲ ਮੋਡ 'ਚ ਕਰਦੇ ਪਏ ਹਾਂ। ਇੱਕਦਮ ਵੀਵੀਪੈਟ ਮਸ਼ੀਨ ਸੁੱਤੀ ਪਈ ਹੈ, ਠੀਕ ਹੈ ਜੀ। ਇਹਨੂੰ ਸੁੱਤੇ ਹੋਏ ਨੂੰ ਅਸੀਂ ਤਿਆਰ ਕਰਦੇ ਪਏ ਹੈਗੇ ਹਾਂ, ਜਗਾਇਆ ਨਹੀਂ ਹੈ। ਜਿੱਦਾਂ ਬਚਪਨ ਦੇ ਵਿੱਚ ਸੁੱਤੇ ਵੀ ਜਿਹੜੇ ਹੈਗੇ ਤੁਹਾਨੂੰ ਸਕੂਲ ਜਾਣ ਨੂੰ ਲੇਟ ਹੁੰਦੇ ਨਾ, ਤਾਂ ਮਾਂ ਸੁੱਕਿਆ ਮੈਂ ਕਿ ਜਦੋਂ ਮਾਂ ਮਰ ਗਈ, ਮਾਂ ਨੇ ਤਾਂ ਲੁਕਿਆ ਹੁਣ ਤਾਂ ਲੱਗਾ ਖਾਧਾ ਹੋਊਗਾ। ਇਹ ਹੁਣ ਉਹੀ ਆ ਬੱਚਾ, ਇਹਨੂੰ ਸੁੱਤਾ ਰੱਖਿਆ ਹੋਇਆ ਸੀ। ਇਹਦਾ ਜਿਹੜਾ ਵੀਵੀਪੈਟ ਦਾ ਯੂਨਿਟ ਹੈਗਾ ਅੱਗੇ, ਇਹਦੀ ਵੀ ਇੱਕ ਫਿਕਸ ਵਾਇਰ ਹੈ ਇਸ ਪਾਸੇ ਤੇ ਦੂਸਰਾ ਜਿਹੜਾ ਹੈਗਾ ਇਹਦਾ ਪਲੱਗ ਹੈ। ਵੀ ਤੁਹਾਨੂੰ ਕਨਫਿਊਜ਼ਨ ਨਹੀਂ ਹੋਣਾ, ਦੋ ਪਲੱਗਾਂ ਵਾਲੀ ਕੋਈ ਮਸ਼ੀਨ ਨਹੀਂ, ਇੱਕ ਪਾਸਾ ਫਿਕਸਡ ਹੈ, ਇੱਕ ਪਾਸਾ ਪਲੱਗ ਹੈ। ਅਸੀਂ ਕੀ ਕਰਨਾ ਹੈਗਾ ਹੈ, ਇਹ ਮਸ਼ੀਨ ਆਫ ਅਵਸਥਾ ਦੇ ਵਿੱਚ ਇਸ ਵੇਲੇ ਆਫ ਹੀ ਰੱਖਣੀ ਹੈ, ਇਹਨੂੰ ਅਸੀਂ ਕਹਿੰਦੇ CU। ਤੇ CU ਦੇ ਵਿੱਚ ਵੀ ਜਿਹੜਾ ਹੈਗਾ ਉਹ ਰੈੱਡ ਐਂਡ ਬਲੈਕ ਵਾਲਾ ਪੋਰਸ਼ਨ ਜਿਹੜਾ ਹੈਗਾ ਅਸੀਂ ਆਪਸ ਕੋਈ ਸਾਈਡ ਕਰਾਉਣਾ ਹੈਗਾ। ਇੱਕ ਦੀ ਆਵਾਜ਼ ਆਏਗੀ ਤੇ ਜੁਆਇੰਟਿੰਗ ਹੋਊਗੀ। ਇਹ ਮਸ਼ੀਨਾਂ ਅਸੀਂ ਜਿਹੜੀਆਂ ਹੈਗੀਆਂ ਨੇ ਇਹ ਜੋੜਤੀਆਂ, ਫਿਲਹਾਲ ਇਹ ਚਾਲੂ ਨਹੀਂ ਕੀਤੀਆਂ। ਇੱਕ ਥੰਬ ਰੂਲ ਯਾਦ ਰੱਖੋ, ਬਚਪਨ 'ਚ ਮੈਂ ਸੁਣਦਾ ਹੁੰਦਾ ਸੀ ਰੇਡੀਓ ਤੇ BBC ਲੰਡਨ, ਤੁਸੀਂ ਵੀ ਸੁਣਿਆ, BBC ਚੈਨਲ ਵੀ ਹੈਗਾ। ਉਹੋ ਹੀ BBC ਆਪਾਂ ਇੱਥੇ ਲਿਆਉਣ ਲੱਗੇ, ਪਰ ਥੋੜਾ ਬਹੁਤਾ ਨਾਮ ਤਾਂ ਚੇਂਜ ਕਰਦਾ ਨਾ, ਜੋ ਇੰਡੀਆ ਸਾਨੂੰ ਆਪਾਂ BBC ਦੀ ਜਗ੍ਹਾ BBC ਕਰਦਾ। BBC B ਦਾ ਮਤਲਬ ਇੱਥੇ ਬੈਲਟਿੰਗ ਯੂਨਿਟਸ, 1 ਹੈ 2 ਹੈ ਜੋ ਮਰਜ਼ੀ ਹੈ। B ਮੀਨ ਬੈਲਟਿੰਗ ਯੂਨਿਟ, V ਮੀਨ ਵੀਵੀਪੈਟ ਐਂਡ C ਮੀਨ ਕੰਟਰੋਲ ਯੂਨਿਟ। ਅਸੀਂ ਜਦੋਂ ਵੀ ਮਸ਼ੀਨ ਸੈੱਟ ਕਰਨੀ ਹੈਗੀ ਹੈ ਤੇ ਆਪਾਂ BBC ਕਰਨੀ ਹੈ, CVB ਨਹੀਂ, ਔਰ ਇਹਨੂੰ ਆਫ ਮੋਡ ਦੇ ਵਿੱਚ ਕਰਨਾ। ਜੇ ਇਹ ਪ੍ਰੋਸੈਸ ਅਸੀਂ ਨਹੀਂ ਫੋਲੋ ਕਰਦੇ ਤੇ ਮਸ਼ੀਨ ਨੇ ਨਹੀਂ ਚੱਲਣੀ, ਕਿਉਂਕਿ ਸਾਰਿਆਂ ਦਾ ਕੰਟਰੋਲ ਜਿਹੜਾ ਹੈਗਾ ਹੈ ਇਸ ਮਸ਼ੀਨ ਦਾ ਦਿਮਾਗ ਹੈ, ਸਿਰ ਦਿਮਾਗ CPU, ਆ ਇਹਦਾ ਪੇਟ ਹੈ, ਇਹ 'ਚ ਪਰਚੀਆਂ ਕਰਾਉਂਦੇ ਜਾ ਰਹੇ ਹੈਗੇ। ਆ ਇਹਦੀਆਂ 2 ਲੱਤਾਂ ਹੈ, ਥੋੜਾ ਫਿਰ ਇਹਨਾਂ ਨੂੰ ਵੀ ਇਹ ਪੋਰਸ਼ਨ ਜਿਹੜਾ ਹੈਗਾ ਸਾਡਾ ਇਹ B ਹੈ, ਸਾਡਾ ਇਹ V ਹੈ ਤੇ ਇਹ C ਹੈ, BBC। ਇਹ ਧਿਆਨ 'ਚ ਰੱਖਣਾ ਹੈਗਾ ਵੀ BBC ਕਰ ਦੇਣਾ ਹੈ। ਜਦੋਂ ਹੁਣ ਆਪਾਂ ਮਸ਼ੀਨ ਜਿਹੜੀ ਆ ਮੋਕ ਪੋਲ ਵੇਲੇ ਤਿਆਰ ਕਰਾਂਗੇ, ਉਦੋਂ ਕੀ ਕਰਨਾ ਹੈਗਾ, ਕਰਾਂਗੇ ਦੱਸਾਂ ਕਿ ਪਹਿਲਾਂ ਬਿਫੋਰ ਦਾ ਪੋਲ ਕਰਾ ਲਈਏ। ਚਲੋ ਥਿਊਰੀ ਐਂਡ ਪ੍ਰੈਕਟੀਕਲ ਮਿਕਸ ਚਲਾਉਂਦੇ ਪਏ ਅਸੀਂ ਔਨ ਆਫ ਸਰ ਉਸ, ਠੀਕ ਹੈ ਜੀ। ਅੱਛਾ ਜੀ, ਹੁਣ ਤੁਸੀਂ ਜਿਹੜੀਆਂ ਮਸ਼ੀਨਾਂ ਨੂੰ ਅਟੈਚ ਕਰ ਲਿਆ ਇਸ ਤਰ੍ਹਾਂ, ਸਾਨੂੰ ਨਹੀਂ ਪਤਾ ਮਸ਼ੀਨ ਚੱਲਦੀ ਹੈ ਕਿ ਨਹੀਂ ਚੱਲਦੀ। ਅਸੀਂ ਕਈ ਵਾਰੀ ਇਹ ਚਲਾਈਆਂ, ਸਾਨੂੰ ਵੀ ਨਹੀਂ ਪਤਾ ਹੁੰਦਾ ਮਸ਼ੀਨ ਚੱਲਣੀ ਹੈ ਕਿ ਨਹੀਂ ਚੱਲਣੀ। ਉਹਦੇ ਵਿੱਚ ਫਿਰ ਸਾਨੂੰ ਇਹ ਪਤਾ ਵੀ ਜੇ ਐਰਰ ਆਇਆ ਤਾਂ ਉਹਦਾ ਹੱਲ ਕੀ ਹੈ। ਜਿੱਦਾਂ ਉਸ ਦਿਨ ਅਸੀਂ ਕਿਸੇ ਨੇ ਸਾਨੂੰ ਕਿਹਾ ਸੀਗਾ ਵੀ ਸਾਨੂੰ ਜੀ ਦੋਨੋਂ BU ਜਿਹੜੇ ਹੈਗੇ ਅਟੈਚ ਕਰਕੇ ਦਿਖਾਓ, ਤੇ ਅਸੀਂ ਦੋਨੋਂ ਅਟੈਚ ਕਰਕੇ ਦਿਖਾਤੇ ਸੀਗੇ। ਤੇ ਬਾਅਦ 'ਚ ਅਸੀਂ ਬੜੀ ਟੌਰ ਦੇ ਨਾਲ ਜਿਹੜਾ ਹੈਗਾ ਮੋਕ ਪੋਲ ਸ਼ੁਰੂ ਕਰਾਉਣ ਲੱਗੇ ਤੇ ਮੋਕ ਪੋਲ ਤਾਂ ਹੋ ਗਈ ਨਾ। 800 people were sitting waiting for the mock poll but our machine was not working। ਹੁਣ 800 ਬੰਦਾ ਦੇਖ ਕੇ ਜਾਂ ਤੁਹਾਡੀ ਲਾਈਨ ਉੱਥੇ 50 ਬੰਦੇ ਲੱਗੀ ਹੈ, 100 ਬੰਦੇ ਲੱਗੀ ਆ ਵੋਟ ਪਾਉਣ ਵਾਸਤੇ, ਤੇ ਤੁਹਾਡੀ ਮਸ਼ੀਨ ਨਹੀਂ ਕੰਮ ਕਰਦੀ, ਹੜਬੜਾਹਟ ਹੋ ਜਾਏਗੀ, ਘਬਰਾਹਟ ਹੋ ਜਾਏਗੀ। ਹੜਬੜਾਹਟ ਤੇ ਘਬਰਾਹਟ ਹੀ ਫੇਲਿਅਰ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ, ਮਸ਼ੀਨ ਕੋਈ ਕਾਰਨ ਨਹੀਂ ਹੈਗੀ। ਕੌਨਫੀਡੈਂਸ ਰੱਖਣਾ ਹੈ, ਕਾਮ ਐਂਡ ਕੁਆਇਟ ਰਹਿਣਾ ਹੈਗਾ। ਕੀ ਹੋਇਆ, ਪ੍ਰੋਬਲਮ ਨਹੀਂ ਚੱਲਦੀ ਮਸ਼ੀਨ ਤੇ ਆਪਾਂ ਚਲਾਉਂਦੇ ਹਾਂ ਮਸ਼ੀਨ, ਠੀਕ ਹੈ। कड़ी प्रॉब्लम आ सकती है तो दसांगे सी की करके सर ये जैसे सारे हमें 18th इवनिंग को मिलेंगे, 18th आफ्टरनून मिलेंगे। तो असेंबल तो हमने 19th करना है ना, असेंबल तो हमने 19th करना है। असेंबल 19th। तो ये जो ये बैटरी पोर्शन जो बोल रहे हो आप सील्ड नहीं रहेगा, हाँ जी। जैसे आपने हमें उस समय दिया 18th को, तो इसकी सर्विसिबिलिटी हम कैसे चेक करेंगे? तो वो आपने ना ऑन द डेट ऑफ पोल सुबह एक बार चेक भी करनी है, ये अपने आप ही बताइएगा सारे का सारा। CU जो ना मैंने अभी बताया था कि ये दिमाग है पूरी मशीन, ये अपने आप को और ये अपने आप को सेल्फ डायग्नोज करता है और आपको बताता है मेरी बैटरी ओके है, पास।
मेरा सेंसर ओके है, पास। इसमें से जब आप इंस्टॉल करोगे ना, आपके सामने स्लिप्स निकलेंगी 7, बॉम्ब पड़ने से पहले ही 7 स्लिप्स निकलेंगी 7 सेंटीमीटर की। और हर एक के ऊपर जो है वो सेल्फ डायग्नोस्टिक स्लिप्स है, वो सारी मशीनरी के बारे में वो बताता है, मेरी बैटरी की पावर कितनी है, पास है कि नहीं। नीचे अगर स्लिपों के ऊपर 7 के ऊपर पास निकला आ गया तो आपकी मशीन पास है, चलेगी 100%। ये चीज हमें सर 19th को पता चलेगा। एक मिनट। और क्या है कि हमने जब आपको तैयार करके देनी है ना, हमने ये काम बार बार करके देखना है, और हमने सेकंड हैंड बैटरी आपको देनी नहीं है। वी विल इंस्टॉल द फ्रेश बैटरीज आफ्टर टेस्टिंग, और उसके बाद ये लॉक देंगे आपको, सील देंगे, सो दैट सारी रात आप चेक ही ना करते रहो। तो सुबह जब टाइम आए इलेक्शन का तो बैटरी जवाब देगी। ठीक है, हम अपनी ओर से कोशिश जरूर करते हैं, लेकिन अगर आपका क्वेश्चन वैलिड है कि अगर बैटरी जवाब दे जाती, बैटरी आपका मशीनरी है खराब हो सकती है, तो नो डाउट हो सकती है खराब, तो उस केस में आपने अपने सुपरवाइजर से बात करनी है। तो ही विल बी हैविंग ए फ्यू फ्रेश बैटरीज विद हिम, उसी वक्त वो आपको प्रोवाइड करेंगे। रेयरेस्ट हमने जो आपको ध्यान करके देंगे ना, सारा कुछ जब आपने 18 को सामान पैक करना है ना, आपने चेक मशीन में से चेक क्या क्या करना है। जब बीयू में से चेक करना है, 2 बीयू में से कि इसमें 16 और इसमें 4 जो है वो ये बटन जो है वो अनमास्क है, ये चेक करना है। यहाँ पर एड्रेस टैग लग के यहाँ सील लगी हुई है लॉक के साथ, एड्रेस टैग लगा है आपके ही बूथ का है, और यहाँ पर एक मशीन पर 2 लिखा होगा जहाँ 4 है, और इस मशीन पर 1 लिखा होगा जहाँ पर 16 है। ये चेक करना है इसमें, इसको हमने खोल के नहीं देखना। एक उसमें एक सील भी लगी होगी, ये नीचे वो भी आपको चेक करनी है। यहाँ पर एक यहाँ सील है, एक यहाँ पर सील है, वो देखनी है, उसके ऊपर प्रॉपर सिग्नेचर हो, इसका सीरियल नंबर भी आपने अपने पास रखना है। आपको दिया भी जाएगा कि जो सीरियल नंबर आपको लोड हुआ मशीन भी वही है कि नहीं, ये ना हो मशीन कोई और हो, वीवीपैट कोई और हो, फिर भी काम नहीं करेगा। आपस में इन सभी की कंपैटिबिलिटी है। सीयू में क्या है कि इसके आपके ना 4 सेक्शन है इसकी सीयू के। एक इसका डिस्प्ले सेक्शन है, इसमें ये इसकी स्क्रीन है, सभी कुछ ये बताई दिया आपको। ये वाला इसका जो है बैटरी यूनिट है, इसके 2 हिस्से हैं, ये बैटरी यूनिट है, ये कैंडिडेट सेट यूनिट है। ये इसको कैंडिडेट सेट यहाँ से करते हैं। जब हम मशीन तैयार करेंगे, सिर्फ आपकी इंफॉर्मेशन के लिए है, तो हम सबसे पहले जितने कैंडिडेट वेल्डिंग यूनिट है वो कर देते हैं, वेल्डिंग पेपर लगा दिया, अनमास्क कितने करने अनमास्क कर दिया, बाकी मास्क कर दिए। उसके बाद जो लास्ट वाला कैंडिडेट है हमारा नोटा 20th, अगर वहाँ 20th है, ठीक है, इसको ऑन करके मशीन को वहाँ 20th पोर्शन जो है 20th बटन को हम ऑन कर देते हैं, ऑटोमेटिकली 20 कैंडिडेट के लिए ये सीयू सेट हो जाता है। लेकिन ये हमने अपने लेवल पे काम करना है, आपने कुछ नहीं करना है, हमने सेट करके इसको बंद करके यहाँ सील करके और एड्रेस टैग लगा के आपको देना। ये वाला इसका बैटरी कंपार्टमेंट है, इसमें बैटरी पहले ही लगी होगी, और इसको भी हम सील करके देंगे आपको, आपने खोलना नहीं है इसको, इसके नंबर वगैरह नोट जरूर कर देंगे। इसके बाद ये वाला जो पोर्शन है आपका, ये वाला जो पोर्शन है, इसको हम बोलते हैं रिजल्ट सेक्शन। इसके 2 डोर हैं, रिजल्ट है ना जी कॉन्फिडेंशियल होता है, यूनिवर्सिटी वालों ने सीक्रेसी रखी हुई दफ्तर के आगे। इसका एक ये डोर है, एक फिर आगे डोर है, डोर के अंदर डोर, दिस इज स्मॉल डोर, दिस इज बिगर डोर, आउटर डोर, इनर डोर। और इसको खोलने के बाद आपको 4 बटन नजर आ रही है, एक ब्लैक है, 2 येलो है, एक व्हाइट है। इसमें नीचे वाला येलो है जो, इससे आपका कोई मतलब नहीं है, देख लो, पर इन्हें छेड़ना नहीं है, कुछ नहीं करेगा। आपने ये बटन देखो, ये क्लोज लिखा हुआ, बहुत इंपॉर्टेंट है बटन ये, कई बार बहुत बड़ी गलती से बचाता है और कई बार बहुत बड़ी गलती करवाता है। ठीक है, इसके बारे में कोशिश रहना है, क्या क्या है डूज एंड डोंट्स बोल हमने लिखने। दूसरा बटन रिजल्ट, तीसरा बटन क्लियर। ये मशीन जो है हो सकता है पहले भी कहीं काम करके आई है, और हमारे जो यहाँ स्टाफ और जो मशीनें तैयार कर रहा है 110% आपको क्लियर मिलेगी मशीन, लेकिन कई बार क्लियर नहीं मिलती है, पहले का डाटा होता है, तो उस केस में ये मशीन काम नहीं करेगी, आपने चाहे 100% ठीक कनेक्शन लगाएंगे। तो उस केस में आपने क्या करना है, इसको बोलते हैं हम CRC,
इंपॉर्टेंट पॉइंट्स जो हैं आप नोट भी कर सकते हैं। CRC, C का मतलब यहाँ क्लोज, R का मतलब रिजल्ट और C का मतलब क्लियर। आपने पैसा CRC ਅੱਗੇ ਵੀ ਸੀ ਪਿੱਛੇ ਵੀ ਸੀ ਤੇ क्लोज रिजल्ट ਤੇ क्लियर भी हो सकता है। यस, हो सकता है। तो उसके लिए आपने ये याद रखना है कि आप मोस्ट ऑफ अस आप ऑफिस में या स्कूल में सुबह जाते हैं, है ना, घड़ी जब देखते हैं तो घड़ी के 9 इधर बजते हैं ना, 9 ਤੋਂ ਬਾਅਦ 12 ਇੱਧਰ ਵੱਜਦੇ ਆ, 3 ਇੱਧਰ ਵੱਜਦੇ ਆ। ਇਸ ਮਸ਼ੀਨ ਨੂੰ ਆਪਾਂ ਰਿਜ਼ਲਟ ਸੈਕਸ਼ਨ ਨੂੰ ਕਲੋਕਵਾਈਜ਼ ਚਲਾਉਣਾ, ਸਵੇਰੇ ਸਟਾਰਟ ਕਰਨਾ ਹੈ, ਮਤਲਬ ਕਿ 9 ਵਜੇ ਵਾਲੇ ਪਾਸੇ। ਹਮੇਸ਼ਾ ਪਹਿਲਾਂ ਅਸੀਂ ਕਲੋਜ਼ ਵਾਲਾ ਬਟਨ ਦਬਾਵਾਂਗੇ, ਕਲੋਜ਼ ਵਾਲਾ ਬਟਨ ਦਬਾਉਣ ਦੇ ਉੱਤੇ ਮਸ਼ੀਨ ਆਪਣੇ ਆਪ ਨੂੰ ਕਲੋਜ਼ ਕਰੇਗੀ, ਜੋ ਪਹਿਲਾਂ ਇਹਦੇ ਵਿੱਚ ਡਾਟਾ ਹੈਗਾ ਉਹਨੂੰ ਕਲੋਜ਼ ਕਰਦੀ ਪਈ ਹੈ। वो क्लोज करके बताएगी टोटल वोट्स कितनी है, कैंडिडेट 1 को कितनी है, 2 को कितनी, सारा कुछ डिस्प्ले करेगी। ये ना बहुत ही ऐसी मशीन है, ये ਇਹੋ ਜਿਹਾ ਆਪਣੇ EMPLOYE है जिन्होंने मालिक जिन्ना मर्जी कहता है तेज कर तेज कर तेज कर, मैं नहीं तेज करना, मैं तो अपनी स्पीड से काम करना है। भी कोई कार ਤੇ ਜਾ ਰਿਹਾ ਸੀਗਾ GT ਰੋਡ ਦੇ ਉੱਤੇ ਤੇ ਅੱਗੇ ਟਰੱਕ ਸੀਗਾ ਤੇ ਟਰੱਕ ਨੂੰ ਜਿਹੜਾ ਹੈਗਾ ਸਾਈਡ ਨਹੀਂ ਸੀ ਦੇ ਰਿਹਾ। ਜਦੋਂ ਤੁਸੀਂ ਦੇਖਦੇ ਹੋਗੇ ਜਦੋਂ ਸਾਈਡ ਨਹੀਂ ਦੇਵੇ ਤੇ ਕਿੰਨੀ ਇਰੀਟੇਸ਼ਨ ਹੁੰਦੀ ਹੈ। ਮੈਂ ਸਪੀਡ ਅਪ ਕਰਨਾ, ਉਹ ਪਾਸ ਸਾਈਡ ਨਹੀਂ ਦੇ ਰਿਹਾ ਤੇ ਜਦੋਂ ਅੱਖ ਹਾਰ ਜਾਂਦਾ ਹੈਗਾ ਯਾਰ ਇਹ ਤੇ ਸਾਈਡ ਦਿੰਦਾ ਨਹੀਂ ਪਿਆ ਤੇ ਟਰੱਕ ਦੇ ਪਿੱਛੇ ਲਿਖੇ ਹੋਏ ਜਿਹੜੇ ਨਾ ਚੀਜ਼ਾਂ ਹੁੰਦੀਆਂ। ਮੈਨੂੰ ਪੜ੍ਹਨ ਦੀ ਆਦਤ ਆ ਬਚਪਨ ਤੋਂ ਵੀ ਆ ਕਿ ਜਾਂ ਮਿਲੇਗਾ ਮੁਕੱਦਰ ਹੌਰਨ ਪਲੀਜ਼, ਤੇ ਉਸ ਟਰੱਕ ਤੇ ਲਿਖਿਆ ਸੀਗਾ ਇਹ ਤਾਂ ਐਂ ਹੀ ਚੱਲੂ, ਇਹ ਤਾਂ ਐਂ ਹੀ ਚੱਲੂ। ਇਹ ਮਸ਼ੀਨ ਭਾਜੀ ਇਹ ਤਾਂ ਐਂ ਹੀ ਚੱਲੂਗੀ ਆ, ਤੁਸੀਂ ਜਿੰਨਾ ਮਰਜ਼ੀ ਇਰੀਟੇਟ ਹੋ ਜਾਓ ਵੀ ਤੇਜ਼ ਚੱਲ ਤੇਜ਼ ਚੱਲ ਤੇਜ਼ ਚੱਲਣਾ, ਇਹਨੇ ਆਪਣਾ ਟਾਈਮ ਲੈਣਾ ਜੇ, ਤੁਹਾਨੂੰ ਰੁਕਣਾ ਪੈਣਾ ਹੈਗਾ ਇਹਦੇ ਮੁਤਾਬਕ, ਨਾ ਕਿ ਇਹਨੇ ਤੁਹਾਡੇ ਮੁਤਾਬਕ ਚੱਲਣਾ। ਇਟ ਵਿਲ ਟੇਕ ਟਾਈਮ। ਰਿਜ਼ਲਟ ਆਪਣੇ ਕਲੋਜ਼ ਕਰ ਲਿਆ, ਕਲੋਜ਼ ਤੋਂ ਬਾਅਦ ਰਿਜ਼ਲਟ ਸੈਕਸ਼ਨ ਤੁਸੀਂ ਦਬਾਓਗੇ ਤੇ ਰਿਜ਼ਲਟ ਦੇ ਵਿੱਚ ਜਿਹੜਾ ਹੈਗਾ ਉਹ ਟੋਟਲ ਨੰਬਰ ਆਫ ਵੋਟਸ ਜਿਹੜੀਆਂ ਹੈਗੀਆਂ ਉਹ ਦੱਸੇਗਾ, ਆਪਣਾ ਨੰਬਰ ਦੱਸੇਗਾ, ਸਾਰਾ ਕੁਝ डेट ऑफ पोल, टाइम ऑफ पोल, एवरीथिंग वो कन्वे करेगा। पहले कदों क्लोज हुई सी ये भी दसेगा। उस तो बाद उन्हें कैंडिडेट वाइज रिजल्ट दसना है। इस तो बाद जो एंड हो जाना, एंड के उत्ते है अपने लिखा हुआ है स्क्रीन से एंड। इस तो बाद असी करना है क्लीयर। जो एंड हो गया ये डिस्प्ले होना बंद हो गया जिदा इस वे है तो आप फिर इन्हू क्लीयर का बटन अपना है। क्लीयर से एक लंबी बीप की आवाज़ आएगी, आम बीप नालों ज़्यादा लंबी होएगी ਤੇ ਉਹਦਾ ਮਤਲਬ ਹੁੰਦਾ ਹੈਗਾ ਵੀ ਸਾਰਾ ਡਾਟਾ ਇਹ ਕਲੀਅਰ ਕਰਤਾ ਗਿਆ ਹੈਗਾ। ਇਹ ਮਸ਼ੀਨ ਹੁਣ ਮੋਕ ਪੋਲ ਲਈ ਤਿਆਰ ਹੈ ਤੇ ਮੋਕ ਪੋਲ ਨੂੰ ਜਿੱਦਾਂ CRC ਕਰਾਂਗੇ ਆਫਟਰ ਦਾ ਮੋਕ ਪੋਲ ਤੇ ਉਸ ਤੋਂ ਬਾਅਦ ਸੀਲਾਂ ਲਾਵਾਂਗੇ ਤੇ ਫਿਰ ਜਿਹੜੀ ਮਸ਼ੀਨ ਤਿਆਰ ਹੋਏਗੀ। ਜੇ ਮੋਕ ਪੋਲ ਤੋਂ ਬਾਅਦ ਆਪਣਾ ਧਿਆਨ ਜ਼ਿਆਦਾ ਰਿਜ਼ਲਟ ਵਾਲੇ ਪਾਸੇ ਹੀ ਹੋ ਗਿਆ, ਪੋਲਿੰਗ ਏਜੰਟਸ ਵਾਲੇ ਪਾਸੇ ਹੋ ਗਿਆ, ਉਹ ਤੁਹਾਡਾ ਧਿਆਨ ਭਟਕਾਉਣਗੇ ਜ਼ਰੂਰ ਉਹ, ਠੀਕ ਹੈ। ਉਹਨਾਂ ਦਾ ਇਹ ਫਿਲਾਸਫੀ ਇਹ ਹੈ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਆਪਾਂ ਨਾ ਜਿਹੜਾ ਹੈਗਾ ਉਹ ਪ੍ਰੋਬਲਮ ਚ ਪਾ ਕੇ ਤੇ ਆਪਣਾ ਕੰਮ ਕਢਵਾਉਣਾ। ਤੁਸੀਂ ਬਿਲਕੁਲ ਕੀਪ ਕੂਲ ਐਂਡ ਕੁਆਇਟ। ਤੁਸੀਂ ਇਹਨੂੰ CRC ਜ਼ਰੂਰ ਕਰਨਾ ਹੈਗਾ ਆਪਣੇ ਜਿਹੜੀਆਂ ਸੀਲਾਂ ਲਾਉਣ ਤੋਂ ਪਹਿਲਾਂ, ਮੌਕ ਪੋਲ ਤੋਂ ਪਹਿਲਾਂ ਵੀ ਤੇ ਮੌਕ ਪੋਲ ਤੋਂ ਬਾਅਦ। ਬਿਫੋਰ ਦਾ ਮੌਕ ਪੋਲ ਤੁਹਾਡੇ ਕੋਲ ਚੋਇਸ ਹੈਗੀ। ਬਿਫੋਰ ਦਾ ਮੌਕ ਪੋਲ ਤੁਸੀਂ ਜੇਕਰ ਸਾਰੇ ਸਟੈਪ ਜਿਹੜੇ ਹੈਗੇ ਆ ਉਹ ਛੱਡਣਾ ਚਾਹੁੰਦੇ ਹੋ ਤੇ ਇੱਕ ਸ਼ਾਰਟਕਟ ਮੈਥਡ ਆ ਉਹਦਾ, ਕਿਉਂਕਿ ਉਹ ਕੰਮ ਅਸੀਂ ਇੱਥੇ ਕਰ ਚੁੱਕੇ ਹਾਂ। ਤੁਸੀਂ ਟੋਟਲ ਦਾ ਬਟਨ ਦਬਾਓਗੇ, ਟੋਟਲ ਦਾ ਬਟਨ ਦਬਾਓਗੇ ਜੇਕਰ, ਤੇ ਜੇਕਰ ਉੱਥੇ ਟੋਟਲ 0 ਆਵੇ ਤੇ ਇਟ ਮੀਨਸ ਮਸ਼ੀਨ ਇਜ਼ ਆਲਰੇਡੀ ਕਲੀਅਰ ਹੈ। ਯੂ ਨੀਡ ਨੋਟ ਟੂ ਕਲੀਅਰ ਇਟ ਅਗੇਨ ਐਂਡ ਅਗੇਨ। ਜੇ ਕਲੀਅਰ ਕਰਨਾ ਚਾਹੋਗੇ ਤੇ ਉਹੀ 8-9 ਸੈਕਿੰਡ ਮਿੰਟ ਦੀ ਪ੍ਰੋਸੈਸ। ਹਾਂਜੀ, ਤੁਸੀਂ ਤੁਹਾਨੂੰ ਇਹ ਤੋਂ ਰੋਕਿਆ ਵੀ ਇਹਦੇ ਪਲਸਤਰ ਲੱਗਾ, ਇਹਨੂੰ ਨਹੀਂ ਹਲਾਉਣਾ ਪਊਗਾ। ਆਹ ਵਾਲੇ ਜਿੰਨੇ ਮਰਜ਼ੀ ਲਾਓ ਤੰਦਰੁਸਤ ਨੇ। ਤੁਸੀਂ 18 ਨੂੰ ਜਾਂ ਦੋਨੋਂ ਮਸ਼ੀਨਾਂ ਕੱਢ ਕੇ ਜਿਹੜੀਆਂ ਹੈਗੀਆਂ ਨੇ ਇਹ ਆਪਸ 'ਚ ਇਹਨਾਂ ਦੀ ਕੰਪੈਟੀਬਿਲਿਟੀ ਜਿਹੜੀ ਹੈਗੀ ਉਹ ਚੈੱਕ ਕਰ ਸਕਦੇ ਹੋ। ਬਟ ਇਹ ਤੁਸੀਂ ਇਕੱਲਾ ਦੇਖ ਰਹੇ ਚਾਹੇ ਉਹਦੇ ਵੈਲਿਡਿਟੀ ਨੂੰ ਵੀ ਤੁਹਾਨੂੰ ਚੈੱਕ ਕਰਨ ਦੀ ਲੋੜ ਨਹੀਂ। ਇਹ ਤੁਸੀਂ ਚੈੱਕ ਜ਼ਰੂਰ ਕਰ ਸਕਦੇ ਹੋ। CRC ਤਾਂ ਕਰ ਹੀ ਸਕਦੇ ਹੋ। ਜਿਹੜਾ ਕੰਮ ਇੱਕ ਦਿਨ ਪਹਿਲਾਂ ਕੀਤਾ ਜਾ ਸਕਦਾ ਹੈ, ਕਿਹੜੇ ਲਿਫਾਫੇ ਹੈ ਪਹਿਲਾਂ ਸੀਲ ਕੀਤੇ ਜਾ ਸਕਦੇ ਆ ਅੱਧੇ, ਕਿਹੜੇ ਲਿਫਾਫੇ ਜਿਨ੍ਹਾਂ ਦੇ ਫਾਰਮ ਜਿਹੜੇ ਹੈਗੇ ਆ 50% 60% ਭਰੇ ਜਾ ਸਕਦੇ ਆ, ਉਹ ਸਾਰੀਆਂ ਚੀਜ਼ਾਂ ਬਿਫੋਰ ਦਾ ਡੇ ਆਫ ਪੋਲ ਤੁਸੀਂ ਵਿਹਲੇ ਹੀ ਹੁੰਦੇ ਹੈਗੇ ਹੋ, ਉਹ ਸ਼ਾਮ ਨੂੰ ਜਿਹੜਾ ਹੈਗਾ ਸਾਰੇ ਕਰ ਲਵੋ ਸੋ ਦੈਟ ਨੈਕਸਟ ਡੇ ਜਿਹੜਾ ਹੈਗਾ ਜਦੋਂ ਕਲੋਜ਼ ਹੋਣੀ ਆ ਪੋਲ ਉਦੋਂ ਤੁਹਾਨੂੰ ਟਾਈਮ ਜ਼ਿਆਦਾ ਨਾ ਲੱਗੇ। ਹਾਂਜੀ, ਇੱਕ ਐਡੀਸ਼ਨ ਹੋਰ ਹੈ, ਉਹ ਇਹ ਹੈ ਕਿ ਜਦੋਂ ਤੁਸੀਂ 18 ਨੂੰ ਸਮਾਨ ਲਿਆ ਨਾ ਤੇ ਉਹ ਮਤਲਬ ਡੱਬੇ 'ਚ ਨਹੀਂ ਖੋਲਣਾ, ਉਹ 'ਚ ਕੀ ਚੈੱਕ ਕਰਨਾ ਆਪਾਂ ਤੁਹਾਨੂੰ ਦੱਸ ਦਿੱਤਾ। ਇਹਨੂੰ ਕੱਢ ਕੇ 18 ਨੂੰ ਇਹਨੂੰ ਔਨ ਕਰਕੇ ਜਦੋਂ ਔਨ ਕਰਾਂਗੇ ਨਾ ਇਹ ਤੇ ਬੈਟਰੀ ਕਿੰਨੀ ਹੈ ਇਹ ਆ ਜਾਏਗਾ, ਪਲੱਸ ਕੈਂਡੀਡੇਟ ਕਿੰਨੇ ਹੈ ਇਹ ਆ ਜਾਏਗਾ। ਉਹ ਜ਼ਰੂਰ ਚੈੱਕ ਕਰ ਲਿਓ ਕਿ ਤੁਹਾਡੀ ਕਨਸਟੀਟੂਐਂਸੀ ਦੇ ਵਿੱਚ 20 ਕੈਂਡੀਡੇਟਸ ਹੈ। ਜੇ 16 ਸ਼ੋ ਕਰਦਾ ਹੈਗਾ ਜਾਂ ਤਾਂ ਹੋਰ ਸ਼ੋ ਕਰਦਾ ਤੁਹਾਡੇ ਨੰਬਰ ਆਫ ਐਂਟਰਸ ਦੇ ਨਾਲ ਮੈਚ ਨਹੀਂ ਕਰਦਾ ਤੇ ਮਸ਼ੀਨ 100% ਚੇਂਜ ਹੋਈ, ਉੱਥੇ ਹੀ ਹੋ ਜਾਏਗੀ ਜ਼ਿਆਦਾ ਵਧੀਆ। ਤੁਸੀਂ
ਔਨ ਕਰਕੇ ਜੁਆਇੰਟ ਕਰਨ ਤੋਂ ਪਹਿਲਾਂ ਕਰਾਂਗੇ। ਜੁਆਇਨ ਕਰਨ ਦੀ ਲੋੜ ਨਹੀਂ ਹੈ, ਸਮਾਨ ਮਿਲਿਆ ਉਹ ਚੈੱਕ ਕਰ ਲਓ। ਉਹ ਵੀ ਚੈੱਕ ਕਰ ਅੱਛਾ। ਲਓ। ਹੁਣ ਸ਼ੋ ਸਾਡੀ ਕਿਉਂਕਿ ਮਸ਼ੀਨ 16 ਦੇ ਅਕੋਰਡਿੰਗਲੀ ਸੈੱਟ ਹੈ ਨਾ, ਇਹ 'ਚ 16 ਕੈਂਡੀਡੇਟ ਆ ਜਾਣਗੇ, ਕੈਂਡੀਡੇਟ 16 ਵੋਟਸ 0। ਤੁਸੀਂ ਇਹ ਦੋ ਚੀਜ਼ਾਂ ਔਨ ਕਰਕੇ ਚੈੱਕ ਕਰਨੀ ਹੈ, ਕੈਂਡੀਡੇਟਸ ਕਿੰਨੇ ਸੈੱਟ ਹੈ ਤੇ ਵੋਟਸ ਕਿੰਨੀਆਂ ਹੈਗੀਆਂ ਉਹਦੇ ਵਿੱਚ। ਸੀਰੀਅਲ ਨੰਬਰ ਆਇਆ ਦੇਖੋ, ਮੁਝੇ ਕੈਂਡੀਡੇਟ ਸੈੱਟ ਸ਼ੋ ਕਰੇਗਾ। ਕੈਂਡੀਡੇਟ 16 ਤੁਹਾਡੇ ਇੱਕ ਮਸ਼ੀਨ 'ਚ 20 ਆਣੇ ਚਾਹੀਦੇ ਆ। ਮਸ਼ੀਨ ਦੇ ਵਿੱਚ ਤੁਹਾਡੀ 'ਚ 20 ਆਣੇ ਚਾਹੀਦੇ, ਇਹ ਤੁਸੀਂ 18 ਨੂੰ ਚੈੱਕ ਕਰ ਲੈਣਾ। ਇੱਕ ਹੋਰ ਬੈਟਰੀ ਹਾਈ ਹੋਣੀ ਚਾਹੀਦੀ, ਲੈਣ ਸਮੇਂ ਸਮਾਨ ਲੈਣ ਸਮੇਂ ਚੈੱਕ ਕਰ ਸਕਦੇ ਹਾਂ। ਇਹ ਚੈੱਕ ਕਰਨਾ, ਇਹ ਜ਼ਰੂਰ ਕਰਨਾ, ਔਨ ਕਰਕੇ ਜ਼ਰੂਰ ਦੇਖਣਾ। ਡਿਸਕਵਰਿੰਗ ਯੂਨਿਟਸ ਹੈ ਨਹੀਂ ਹੈ, ਇੱਕ ਟੋਟਲ ਪ੍ਰੈਸ ਕਰਕੇ ਤੁਸੀਂ ਵੋਟਾਂ ਚੈੱਕ ਕਰਨੀਆਂ ਵਿੱਚ ਹੈਗੀਆਂ ਕਿ ਨਹੀਂ। ਇਨਕਰੈਕਟ। ਇਨਕਰੈਕਟ ਲਿੰਕ ਨਹੀਂ ਨਾ ਆ ਦੇਖੋ, ਹੁਣ ਟੋਟਲ ਇਹ ਕੰਮ ਕਰਨਾ ਹੀ ਉਦੋਂ ਆ ਜਦੋਂ ਟੋਟਲ ਚੈੱਕ ਕਰ ਲੈਣਾ ਆਪਾਂ ਕਿ ਵੋਟਾਂ ਕਿੰਨੀਆਂ ਵਿੱਚ, ਕੋਈ ਪਹਿਲੇ ਵੋਟ ਨਹੀਂ ਪਈ ਹੋਈ। ਬੈਟਰੀ ਹਾਈ, ਤੁਹਾਡੀ ਬੈਟਰੀ 100% ਹੋਏਗੀ, 100 ਜਾਂ 99%। ਡੇਟ ਐਂਡ ਟਾਈਮ ਅੱਜ ਦੀ ਤਰੀਕ 7/5 3:05 ਸੈਕਿੰਡ। ਕੈਂਡੀਡੇਟ 16 ਟਾਈਮ ਲੱਗੇ ਥੋੜਾ, ਮਤਲਬ ਡੇਟ ਐਂਡ ਟਾਈਮ ਦੱਸਦਾ ਇਹ ਤੁਹਾਡੀ ਐਕਚੁਅਲ ਵੋਟ ਕਿੰਨੇ ਵਜੇ ਸ਼ੁਰੂ ਹੋਈ ਵੋਟਿੰਗ, ਉਨਾ ਹੀ ਤੁਸੀਂ ਆਪਣੇ 17C ਦੇ ਵਿੱਚ ਪ੍ਰੈਜ਼ਾਈਡਿੰਗ ਆਫੀਸਰ ਡੈਲੀ ਦੇ ਵਿੱਚ ਟੋਟਲ ਵੋਟ 0 ਬਸ। ਹੁਣ ਸੀਆਰਸੀ ਪਹਿਲੇ ਕਰਨ ਦੀ, ਹੁਣ ਸੀਆਰਸੀ ਕਰਨ ਦੀ ਲੋੜ ਨਹੀਂ ਹੈ, ਸਿਰਫ ਮੋਕ ਪੋਲ ਤੋਂ ਬਾਅਦ ਕਰਨੀ ਹੈ ਹੁਣ, ਕਿਉਂਕਿ ਆਲਰੇਡੀ ਸਾਨੂੰ ਸ਼ੋ ਕਰਤਾ ਕਿ ਵੋਟ ਵਿੱਚ 0 ਹੈ। ਠੀਕ ਹੈ। ਕਲੀਅਰ ਹੈ ਸਭ ਕੁਝ, ਮਸ਼ੀਨ ਸਾਫ਼ ਹੈ, ਖਾਲੀ ਹੈ। ਹੁਣ ਸਿੱਧਾ ਮੋਕ ਪੋਲ ਤੇ ਲਗਨ ਕਰਨਾ, ਇਹ ਤੁਸੀਂ 18 ਨੂੰ ਇਹ ਚੀਜ਼ ਚੈੱਕ ਕਰਨੀ ਬਸ। ਉਸ ਤੋਂ ਬਾਅਦ ਇਹਨੂੰ ਸਵਿਚ ਆਫ ਕਰਨਾ। ਜੇ ਪਹਿਲੇ ਆਪਣੇ ਮੋਕ ਪੋਲ ਤੋਂ ਪਹਿਲਾਂ ਮਸ਼ੀਨ ਰਿਸਪੌਂਡ ਨਹੀਂ ਕਰਦੀ ਵੀ ਤੇ ਫਿਰ ਤੁਸੀਂ ਸਮਝ ਜਾਣਾ ਵੀ ਇਹ ਕਲੀਅਰ ਨਹੀਂ ਹੈਗੀ, ਫਿਰ ਇਹਦੀ ਸੀਆਰਸੀ ਆਪਾਂ ਪਹਿਲਾਂ ਕਰਾਂਗੇ ਤੇ ਫਿਰ ਕੰਮ ਸ਼ੁਰੂ ਹੋ ਜਾਊਗਾ। ਇਹ ਤਿੰਨੋਂ ਤੁਸੀਂ ਆਪਣੇ ਜਿਹੜੇ ਕੰਪਾਰਟਮੈਂਟ ਇਹਦੇ ਜੁਆਇਨ ਕਰਤੇ ਹੈਗੇ ਆ। ਇਸ ਤੋਂ ਬਾਅਦ ਮੋਕ ਪੋਲ ਕਰਵਾਉਣੀ ਹੈ ਤੁਸੀਂ, ਤੇ ਮੋਕ ਪੋਲ ਕਰਵਾਉਣ ਵਾਸਤੇ ਆਪਾਂ ਬੀਬੀਸੀ ਕੀਤਾ ਸੀ ਨਾ ਜੀ ਪਹਿਲਾਂ ਚੱਲਣ ਵੇਲੇ, ਘਰੋਂ ਚੱਲੇ ਆ ਰਸਤੇ 'ਚ ਲਾਈਟਾਂ ਦਾ ਚੌਂਕ ਆ ਗਿਆ ਤੇ ਆਪਣਾ ਸਕੂਲ ਆ ਗਿਆ, ਠੀਕ ਹੈ ਜੀ। ਹੁਣ ਆਪਾਂ ਜਿਹੜਾ ਹੈਗਾ ਇਹ ਸਰ ਇੱਕ ਤੇ ਸਿਲੰਡਰ ਦਾ ਜਦੋਂ ਆਪਾਂ ਮੋਕਬਲ ਕਰਨੀ ਵੀ ਹੈ, ਜੇ ਕਲੀਅਰ ਨਾ ਹੋਈ ਉਹਨੇ ਬੋਡੀ ਨਹੀਂ ਬਣੀ, ਨਹੀਂ ਬਣਦਾ। ਉਹਨੇ ਅਸੀਂ ਦੱਬੋਗੇ ਉਹਨੇ ਬੋਡੀ ਨਹੀਂ ਬਣੀ ਕਲੀਅਰ ਇਹਨਾਂ ਨੇ ਸੀਲ ਕਰਤਾ ਹੋਣਾ ਹੈਗਾ, ਕਿਉਂਕਿ ਤੁਸੀਂ ਕਲੋਜ਼ ਹੋ ਚੁੱਕਾ ਹੈ। ਜਦੋਂ ਕਲੋਜ਼ ਕਰਤਾ ਜਦ ਤੱਕ ਕਲੀਅਰ ਨਹੀਂ ਹੁੰਦਾ ਤਦ ਤੱਕ ਉਹਨੇ ਬੋਡੀ ਨਹੀਂ ਬਣੀ। ਬਿਲਕੁਲ ਆਮ ਅਸੀਂ ਇਹ ਦੇਖਿਆ ਹੈਗਾ ਹੈ ਵੀ ਮੋਕ ਪੋਲ ਤੋਂ ਬਾਅਦ ਇਮੀਡੀਏਟਲੀ ਸੀਲਾਂ ਲਾ ਦਿੰਦੇ ਆ, ਡਾਟਾ ਕਲੀਅਰ ਕਰਨਾ ਭੁੱਲ ਜਾਂਦੇ ਆ, ਉਹ ਕਲੋਜ਼ ਹੋ ਜਾਂਦੀ ਹੈ ਮਸ਼ੀਨ। ਕਲੋਜ਼ ਤੋਂ ਬਾਅਦ ਜਿੰਨੇ ਮਰਜ਼ੀ ਪੈਲਟ ਰਿਲੀਜ਼ ਕਰੀ ਜਾਓ, ਵੋਟਾਂ ਪੈਣੀਆਂ ਨਹੀਂ, ਜਿੰਨਾ ਮਰਜ਼ੀ ਬਟਨ ਔਨ ਕਰੀ ਜਾਓ ਤੁਸੀਂ। ਇੱਕ ਚੀਜ਼ ਇਹ ਧਿਆਨ ਰੱਖਣੀ ਹੈਗੀ ਆ ਬਈ ਆਪਾਂ ਜਦੋਂ ਇਹਨੂੰ ਮੋਕ ਪੋਲ ਲਈ ਔਨ ਕਰਨਾ ਹੈਗਾ, ਪਹਿਲਾਂ ਤਾਂ ਆਪਾਂ ਆਫ ਮੋਡ 'ਚ ਕੀਤਾ, ਇਹਦਾ ਕੋਈ ਬਟਨ ਔਨ ਆਫ ਨਹੀਂ ਹੈਗਾ। ਤੁਹਾਡਾ ਵੀਵੀਪੈਟ ਦਾ ਵੀ ਕੋਈ ਔਨ ਆਫ ਦਾ ਬਟਨ ਨਹੀਂ ਇਨਫੈਕਟ ਹੈਗਾ, ਔਨ ਆਫ ਨਹੀਂ ਕਹਿੰਦੇ ਉਹਨੂੰ ਅਸੀਂ ਟਰਾਂਸਪੋਰਟੇਸ਼ਨ ਐਂਡ ਵਰਕਿੰਗ ਮੋਡ ਕਹਿੰਦੇ ਹਾਂ। ਟਰਾਂਸਪੋਰਟੇਸ਼ਨ ਮੋਡ ਰੈਸਟਿੰਗ ਮੋਡ ਹੁੰਦਾ ਹੈਗਾ, ਤੇ ਜਿਹੜਾ ਵਰਟੀਕਲ ਮੋਡ ਹੈਗਾ ਜੋ ਜਾਗਿਆ ਹੋਇਆ ਹੈਗਾ, ਪਹਿਲਾਂ ਸੁੱਤਾ ਸੀਗਾ ਤੇ ਉਹ ਵਰਕਿੰਗ ਮੋਡ ਹੋ ਗਿਆ। ਸਰ ਇਹਨੂੰ ਕਰਕੇ ਦਿਖਾਓ।